ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਤੁਸੀਂ ਪੰਜਾਬ ਟੁਡੇ ਦੇ ਫੇਸਬੁੱਕ YouTube ਪੇਜ ਤੇ ਲਾਈਵ ਦੇਖ ਰਹੇ ਹੋ। ਲਾਈਕ ਕਰੋ ਤੇ ਨਾਲ ਦੇ ਨਾਲ ਸਬਸਕ੍ਰਾਈਬ ਕਰੋ ਪੰਜਾਬ ਟੁਡੇ ਦਾ YouTube ਚੈਨਲ। ਇਸ ਤੋਂ ਇਲਾਵਾ ਨੰਬਰ ਫਲੈਸ਼ ਹੋ ਰਹੇ, ਇੱਕ ਇੰਡੀਆ ਦਾ ਨੰਬਰ ਹੈ ਤੇ ਇੱਕ US ਦਾ ਨੰਬਰ ਹੈ। ਇਸ ਨੰਬਰਾਂ ਤੇ ਜਿਹੜੀ ਤੁਸੀਂ ਕਾਲ ਕਰ ਸਕਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ। ਹੁਣ ਗੱਲ ਕਰ ਲੈਂਦੇ ਇਸ ਅੱਜ ਦੇ ਮੁੱਦੇ ਦੀ ਕਿ ਅੱਜ ਦਾ ਮੁੱਦਾ ਕੀ ਹੈ। ਕੱਲ ਤੁਹਾਨੂੰ ਯਾਦ ਹੀ ਹੋਏਗਾ ਤੇ ਸਾਰਿਆਂ ਨੇ ਦੇਖਿਆ ਵੀ ਹੈ ਕਿ ਕੱਲ NIA ਵੱਲੋਂ ਦੇਸ਼ ਭਰ ਦੇ 60 ਜਿਹੜੇ ਅਜਿਹੇ ਗੈਂਗਸਟਰਸ ਨੇ ਜਿਨ੍ਹਾਂ ਦੇ ਲਿੰਕ ISI ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ, ਉੱਥੇ ਉਹਨਾਂ ਨੇ ਛਾਪੇਮਾਰੀ ਕੀਤੀ। ਕੁਝ ਅਹਿਮ ਦਸਤਾਵੇਜ਼ ਵੀ ਮਿਲੇ ਹੈ, ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿੱਤਾ ਗਿਆ, ਪੁੱਛਗਿੱਛ ਵੀ ਕੀਤੀ ਗਈ ਹੈ। ਹੁਣ ਜਿਹੜੇ ਇਹ 60 ਠਿਕਾਣਿਆਂ ਵਿੱਚੋਂ 25 ਠਿਕਾਣੇ ਪੰਜਾਬ ਦੇ ਵਿੱਚ ਸੀਗੇ ਜਿੱਥੇ ਕਿ ਛਾਪੇਮਾਰੀ ਕੀਤੀ ਗਈ, ਚਾਹੇ ਉਹ ਅੰਮ੍ਰਿਤਸਰ ਹੋਵੇ, ਮੋਗਾ ਹੋਵੇ, ਪਟਿਆਲਾ ਹੋਵੇ, ਸ਼੍ਰੀ ਮੁਕਤਸਰ ਸਾਹਿਬ ਹੋਵੇ, ਕੋਟਕਪੂਰਾ ਹੋਵੇ, ਬਠਿੰਡਾ ਹੋਵੇ। ਇਹ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਦੇ ਪੰਜਾਬ ਦੇ ਵਿੱਚ ਜਿਹੜੇ ਨਾਮੀ ਗੈਂਗਸਟਰਸ ਹੈ ਉਹਨਾਂ ਦੇ ਘਰਾਂ ਵਿੱਚ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ। ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ। ਇਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਲਾਰੈਂਸ ਬਿਸ਼ਨੋਈ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਪੁੱਛਗਿੱਛ ਕੀਤੀ ਗਈ ਅਤੇ ਜਿਹੜੇ ਵੀ ਚੀਜ਼ ਉਹਨਾਂ ਨੂੰ ਲੱਗੀ ਕਿ ਸੰਗਿਧ ਹੈ ਉਹ ਸਾਰੀ ਚੀਜ਼ਾਂ ਡਾਕੂਮੈਂਟਸ ਆਪਣੇ ਨਾਲ ਲੈ ਕੇ ਚਲੇ ਗਏ ਹੈ। ਤੇ ਇਸ ਤੋਂ ਬਾਅਦ ਜਿਹੜੀ ਹੈ ਹੁਣ ਇਸ 'ਤੇ ਸਵਾਲ ਇਹ ਬਣ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਲਗਾਤਾਰ ਸਿੱਧੂ ਮੂਸੇਵਾਲੇ ਕਤਲकांड ਤੋਂ ਬਾਅਦ ਗੈਂਗਸਟਰਸ ਉੱਤੇ ਨਕੇਲ ਕੱਸਣ ਦੀ ਗੱਲ ਪੰਜਾਬ ਸਰਕਾਰ ਵੀ ਕਰ ਰਹੀ ਹੈ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਕਿ ਗੈਂਗਸਟਰਸ ਜਿਹੜੇ ਹੈ ਉਹ ਖੁੱਲ੍ਹੇਆਮ ਵਾਰਦਾਤਾਂ ਨੂੰ ਅੰਜਾਮ ਦੇਣ ਤੇ ਉਹਨਾਂ ਨੂੰ ਸਰਕਾਰਾਂ ਦਾ ਕੋਈ ਡਰ ਨਾ ਹੋਵੇ ਤੇ ਇਸ ਤੇ ਨਕੇਲ ਕੱਸਣੀ ਬੇਹੱਦ ਜ਼ਰੂਰੀ ਹੈ। ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਿਦਾਇਤਾਂ ਤੇ NIA ਦੀ ਰੇਡ ਕੀਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਦੀ ਲੋੜ ਹੁਣ ਹੈ ਜਾਂ ਪਹਿਲਾਂ ਵੀ ਸੀਗੀ। ਦੂਜੇ ਪਾਸੇ ਗੱਲ ਵੀ ਦੱਸ ਦਿੰਦੇ ਹੈ ਕਿ UAPA ਯਾਨੀ ਕਿ ਜਿਹੜਾ ਇੱਕ ਐਕਟ ਹੈ ਉਹ ਜਿਹੜਾ ਲੱਗਿਆ ਹੈ ਕੁਝ ਗੈਂਗਸਟਰਸ 'ਤੇ, ਖਾਸ ਕਰ ਜੇਕਰ ਗੱਲ ਕੀਤੀ ਲੈ ਲਾਰੈਂਸ ਬਿਸ਼ਨੋਈ ਗੈਂਗ ਤੇ ਦਵਿੰਦਰ ਬੰਬੀਹਾ ਗੈਂਗ ਦੇ ਕੁਝ ਮੈਂਬਰਸ ਉੱਤੇ ਲੱਗਿਆ ਹੈ ਤੇ ਇਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਗੈਂਗ ਤੇ ਵੀ ਜਿਹੜੇ ਹੈ ਇਹ UAPA ਐਕਟ ਜਿਹੜਾ ਉਹ ਲੱਗਿਆ ਹੋਇਆ ਹੈ। ਤੇ ਉਸ ਤੋਂ ਬਾਅਦ ਇਹ ਜਿਹੜੀ ਜਾਂਚ ਹੈ ਇਸ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਵੀ ਚੀਜ਼ਾਂ ਯਾਨੀ ਕਿ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਤੁਹਾਡਾ ਨਾਂ ਸ਼ਾਮਿਲ ਹੋ ਜਾਂਦਾ ਹੈ, ਇਹ ਉਹ ਐਕਟ ਹੁੰਦਾ ਹੈ ਤੇ ਇਸ ਵਿੱਚ ਤੁਹਾਡੇ ਅੰਡਰ ਜਿਹੜਾ ਯਾਨੀ ਕਿ ਤੁਸੀਂ ਦੇਸ਼ ਦੇ ਖਿਲਾਫ ਐਕਟੀਵਿਟੀਜ਼ ਕਰ ਰਹੇ ਹੋ ਤੇ ਇਸ ਤੋਂ ਬਾਅਦ ਕੀ ਹੁੰਦਾ ਕਿ ਡਾਇਰੈਕਟਲੀ ਸੈਂਟਰਲ ਏਜੰਸੀ ਚਾਹੇ ਉਹ NIA ਹੋਏ, CBI ਹੋਏ, ਉਹ ਡਾਇਰੈਕਟਲੀ ਜਿਹੜੀ ਇਸ 'ਚ ਇਨਵੋਲਵ ਹੋ ਜਾਂਦੀ ਹੈ। ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੁੰਦਾ ਹੈ ਕਿ ਜਿਹੜੇ ਗੈਂਗਸਟਰਸ ਹੈ ਜਿਹੜੇ ਕਿ ਟੈਰਰ ਮੋਡਿਊਲ ਦੇ ਨਾਲ ਕੰਮ ਕਰ ਰਹੇ ਆ, ਆਖਿਰ ਉਹਨਾਂ ਦਾ ਕੀ ਅੱਗੇ ਮਨਸੂਬੇ ਹੈ, ਕੀ ਉਹ ਕੁਝ ਪਲਾਨ ਕਰ ਰਹੇ, ਇਹ ਸਾਰੀ ਚੀਜ਼ਾਂ ਜਿਹੜੀ ਉਹ ਸਾਹਮਣੇ ਆਏ ਤੇ ਇਸ ਕਰਕੇ NIA ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਹੁਣ ਗੈਂਗਸਟਰਸ ਨੂੰ ਲੈ ਕੇ। ਫਿਲਹਾਲ ਜਿੱਥੇ ਇੱਕ ਪਾਸੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਪੰਜਾਬ ਦੇ ਵਿੱਚ ਨੇ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਲੱਗ-ਅਲੱਗ ਮਾਮਲਿਆਂ ਦੇ ਵਿੱਚ, ਕਿਉਂਕਿ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਦਾ ਸਮੇਂ ਹੋ ਗਿਆ ਹੈ ਉਹ ਲਗਾਤਾਰ ਪੰਜਾਬ ਦੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਜਿਹੜਾ ਹੈ ਉਹਨਾਂ ਤੋਂ ਟ੍ਰਾਂਜ਼ਿਟ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਕਿੰਨੇ ਕਿ ਸੰਤੁਸ਼ਟ ਨੇ ਪੰਜਾਬ ਦੇ ਲੋਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਪਾਸੇ ਤੁਹਾਨੂੰ ਯਾਦ ਹੋਏਗਾ ਕਿ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਜਿਹੜੇ 2 ਗੈਂਗਸਟਰ ਸੀਗੇ ਉਹਨਾਂ ਦਾ ਐਨਕਾਊਂਟਰ ਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਕੱਲ NIA ਦੀ ਰੇਡ ਦੇ ਉੱਤੇ ਇੱਕ ਰਾਜਨੀਤਿਕ ਬਿਆਨਬਾਜ਼ੀ ਵੀ ਸਾਹਮਣੇ ਆਈ ਜਿੱਥੇ ਕਿਹਾ ਗਿਆ ਕਿ ਪੰਜਾਬ ਪੁਲਿਸ ਜਿਹੜੀ ਹੈ ਐਕਸ਼ਨ ਲੈ ਰਹੀ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਐਕਸ਼ਨ ਲੈ ਰਹੀ ਹੈ ਕਿਉਂਕਿ 2-3 ਦਿਨ ਪਹਿਲਾਂ ਹੀ ਜਿਹੜਾ ਹੈ ਸਿੱਧੂ ਮੂਸੇਵਾਲੇ ਕਤਲकांड ਦੇ 3 ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ। ਨੇਪਾਲ ਬਾਰਡਰ ਕੋਲੋਂ ਉਹਨੂੰ ਅਰੈਸਟ ਕੀਤਾ। ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਇੱਕ ਜਿਹੜਾ ਸੋਸ਼ਲ ਮੀਡੀਆ ਉੱਤੇ ਗੋਲਡੀ ਬਰਾੜ ਨੇ ਲਿਖਿਆ ਕਿ ਨਾ ਦਿੱਲੀ ਪੁਲਿਸ ਨੇ ਨਾ ਪੰਜਾਬ ਪੁਲਿਸ ਨੇ ਬਲਕਿ ਨੇਪਾਲ ਪੁਲਿਸ ਨੇ ਜਿਹੜੀ ਹੈ ਇਹ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਸਾਹਮਣੇ ਆਇਆ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਰਿਪੋਰਟ ਦੇਖੋ, ਉਸ ਤੋਂ ਬਾਅਦ ਟੀਮ ਜਿਹੜੀ ਹੈ ਦੁਤਾਰਾ ਵਾਲੀ ਪਹੁੰਚੀ ਹੈ ਲਾਰੈਂਸ ਬਿਸ਼ਨੋਈ ਦੇ ਘਰੇ। ਤੁਹਾਡਾ ਭਰਾ ਲੱਗਦਾ ਜੀ ਲਾਰੈਂਸ ਬਿਸ਼ਨੋਈ? ਇਹ ਮੇਰਾ ਸ਼ਰੀਕਾ ਹੈ, ਮੇਰੇ ਦਾਦੇ ਭਰਾ
ਤੇ ਲਾਰੈਂਸ ਦੇ ਦਾਦਾ ਜੀ ਮੇਰੇ ਚਾਚਾ ਤਾਇਆ ਭਰਾ ਹੈ, ਮੇਰਾ ਸਰੀਕਾ ਹੈ। ਅੱਜ ਪਤਾ ਲੱਗਾ ਵੀ ਇਸ ਤਰ੍ਹਾਂ ਜਿਹੜੀ ਹੈ ਕੋਈ 5 5:30 ਵਜੇ ਇਹ ਗੱਡੀਆਂ ਆਈਆਂ ਲਗਭਗ 15 ਜਾਂ 20 ਦੇ ਜਿਵੇਂ ਲੋਕ ਦੱਸ ਰਹੇ ਸਵੇਰੇ ਜਿਹੜੇ ਜਾ ਰਹੇ ਸੀ ਤਾਂ ਉਹਨਾਂ ਦੱਸਿਆ 15-20 ਗੱਡੀਆਂ ਆਈਆਂ ਤੇ ਉਹਨਾਂ ਨੇ ਵੀ ਰੇਡ ਮਾਰੀ ਹੈ। ਹੁਣ ਉੱਥੇ ਲਾਗੇ ਤਾਂ ਨਹੀਂ ਜਾਣ ਦਿੱਤੇ, ਪਰ ਉਹਨਾਂ ਨੇ ਜਿਹੜੇ ਹੈ ਉਹ ਸਾਰਾ ਘਰ ਆਸੇ ਪਾਸੇ ਗਲੀਆਂ ਘੇਰੀ ਹੋਈ ਹੈ। ਅੰਦਰ ਕੋਈ ਉਹਨਾਂ ਦੀ ਕਹਿ ਰਿਹਾ ਵੀ ਕੋਈ ਤਲਾਸ਼ੀ ਦਾ ਹੋਰ ਚੱਲ ਰਿਹਾ ਹੈ। ਪਰ ਜਿਹੜਾ ਇਹ ਜਿਹੜੀ ਰੇਡ ਮਾਰੀ ਹੈ ਇਹਨਾਂ ਨੇ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਦਹਿਸ਼ਤ ਦਾ, ਮਤਲਬ ਖੌਫ ਪਿੰਡ 'ਚ ਜਿਹੜੀਆਂ ਗਲੀਆਂ 'ਚ ਹੈਗਾ ਲੋਕਾਂ 'ਚ। ਤੇ ਇਹ ਤਾਂ ਜੇ ਚਾਹੁੰਦੇ ਅਗਰ NIA ਟੀਮ ਅਗਰ ਇਹਦੀ ਜਾਂਚ ਕਰਨੀ ਜੇ 4 ਆਫੀਸਰ 4 ਗੱਡੀਆਂ ਹੁੰਦੇ ਤਾਂ ਨਾ ਤਾਂ ਲਾਰੈਂਸ ਦੇ ਮਾਤਾ ਪਿਤਾ ਨੇ ਅਜੇ ਤੱਕ ਇਹ ਕਿਹਾ ਵੀ ਅਸੀਂ ਜਿਹੜੀ ਇਹ ਜਾਂਚ 'ਚ ਸਹਿਯੋਗ ਨਹੀਂ ਕਰਾਂਗੇ। ਬਾਕੀ ਕੋਈ ਇਹੋ ਜਿਹੀ ਨਹੀਂ ਇਹਨਾਂ ਨੇ ਕੋਈ ਉਹਦੇ ਜਿਵੇਂ ਉਹ ਕਹਿ ਰਹੇ ਵੀ ਉਹ ਗੈਂਗਸਟਰ ਬਣ ਗਿਆ ਤੇ ਉਹਦੇ ਕਹਿਣ ਤੇ ਬਈ ਕੋਈ ਜਾਇਦਾਦ ਬਣਾਈ, ਕੋਈ ਜਾਇਦਾਦ ਨਹੀਂ ਬਣਾਈ। ਜਿਵੇਂ ਜੱਦੀ ਜਾਇਦਾਦ ਹੈ ਸਾਡੀ ਪਰਿਵਾਰ ਦੀ ਉਹੀ ਹੈਗੀ। ਤੇ ਬੀਜੀ ਕੀ ਨਾਮ ਜੀ? ਮੇਰਾ ਨਾਮ ਹਰਜੀਤ ਕੌਰ। ਬੀਜੀ ਪੂਰੀ ਗੱਲ ਦੱਸੋ ਕਿ ਸਵੇਰੇ ਕਿੰਨੇ ਵਜੇ ਆਏ, ਕੌਣ ਕੌਣ ਆਏ ਤੇ ਕੀ ਹੋਇਆ? ਮੈਂ ਤੇ ਸੁੱਤੀ ਹਾਂ ਤੇ ਬੂਹਾ ਖੜਕਿਆ। ਜਦੋਂ ਬੂਹਾ ਖੜਕਿਆ ਤੇ ਮੈਂ ਜਾ ਕੇ ਵੇਖਿਆ ਤੇ ਮੈਨੂੰ ਕਹਿੰਦੇ, ਮੈਂ ਕਿਹਾ ਕੌਣ? ਕਹਿੰਦੇ ਅਸੀਂ ਮੁਲਾਜ਼ਮ, ਬੂਹਾ ਖੋਲ੍ਹੋ। ਮੈਂ ਚੁੰਨੀ ਨਹੀਂ ਲਈ, ਮੈਂ ਛੇਤੀ ਨਾਲ ਪਹਿਲਾਂ ਬਾਹਰ ਨਿਕਲੀ ਵੀ ਫਿਰ ਮੈਂ ਉਹਦਾ ਚੁੰਨੀ ਲੈ ਕੇ ਨਾ ਤੇ ਬੂਹਾ ਖੋਲ੍ਹਿਆ ਤੇ ਉਹ ਤੇ ਪੰਜਾਬ ਪੁਲਿਸ ਹੀ ਨਾਲ 2 ਜਨਾਨੀਆਂ ਸੀ, ਲੇਡੀ ਪੁਲਿਸ ਹੀ ਇੱਥੋਂ ਬਟਾਲੇ ਤੋਂ ਤੇ ਬਾਕੀ NRI ਟੀਮ ਹੀ ਆਉਂਦੇ। ਕਹਿੰਦੇ ਅਸੀਂ ਸਰਚ ਕਰਨੀ ਆ। ਪਹਿਲਾਂ ਕਹਿੰਦੇ ਸਾਡੀ ਤਲਾਸ਼ੀ ਲੈ ਲਓ ਜਿਹੜੇ NRI ਟੀਮ ਵਾਲੇ। ਮੈਂ ਕਿਹਾ ਮੈਨੂੰ ਕੋਈ ਲੋੜ ਹੈ ਤਲਾਸ਼ੀ ਕਰਨ ਦੀ? ਨਹੀਂ, ਅਸੀਂ ਤੁਹਾਡੇ ਘਰ ਦੀ ਸਰਚ ਕਰਨੀ। ਮੈਂ ਕਿਹਾ ਮੈਂ ਇੱਦਾਂ ਨਹੀਂ ਕਰਾਉਣੀ, ਮੇਰੇ ਨਾਲ ਕਿਸੇ ਨੂੰ ਲਓ। ਫਿਰ ਇੱਕ ਮੇਰਾ ਜੇਠ ਹੈਗਾ, 2 ਗੁਆਂਢੀਆਂ ਦੇ ਆਏ, ਇਹਨਾਂ ਨੂੰ ਆਪੇ ਆਵਾਜ਼ ਬੂਝ ਮਾਰ ਕੇ ਲੈ 2 ਜਨਾਨੀਆਂ 2 ਆ ਗਈਆਂ। ਬੈਠੇ ਰਹੇ ਮੈਂ ਤੇ ਮੇਰੇ ਕੋਲ ਤੇ ਵੀਰੇ ਤੁਹਾਨੂੰ ਪਤਾ ਸੁੱਤੀ ਉੱਠਾ ਬੰਦਾ ਇੱਕਦਮ ਜੱਕਦਮ ਮੈਂ ਤੇ ਡਰ ਗਈ ਵੀ ਇਹ ਕੋਈ ਇੰਨੇ ਬਹੁਤ ਜ਼ਿਆਦਾ ਹੀ ਬੱਸ ਵੱਡੀ ਭਰ ਕੇ ਆਈ ਆ ਸਾਰੀ। ਗੱਲਬਾਤ ਕੀਤੀ ਉਹਨਾਂ ਨੇ? ਗੱਲਬਾਤ ਉਹ ਪ੍ਰੋਪਰਟੀ ਬਾਰੇ ਪੁੱਛਣ ਡਏ ਮੈਨੂੰ ਕੀ ਪੁੱਛਿਆ? ਵੀ ਪ੍ਰੋਪਰਟੀ ਕਿੰਨੀ ਆ ਤੁਹਾਡੀ, ਕੀ ਕਰਦੇ ਆ, ਜੋ ਪੈਸਾ ਕਿੱਥੋਂ ਆਉਂਦਾ ਤੁਹਾਨੂੰ, ਤੁਹਾਡਾ ਖਰਚਾ ਕੌਣ ਚਲਾਉਂਦਾ, ਬੇਟੀ ਜੱਗੂ ਦੀ ਕੌਣ ਪੜਾਉਂਦਾ? ਮੈਂ ਕਿਹਾ ਮੇਰਾ ਵੱਡਾ ਬੇਟਾ 2009 ਦਾ ਬਾਹਰ ਰਹਿੰਦਾ, ਉਹ ਸਾਰਾ ਕੁਝ ਕਰਦੇ। ਇਸ ਤੋਂ ਇਲਾਵਾ ਸਰਚ ਕੀ ਕੀਤਾ ਉਹਨਾਂ ਨੇ? ਕਿੱਥੇ ਕਿੱਥੇ ਕਿਹੜੀ ਚੀਜ਼ ਫੋਲੀ? ਉਹਨਾਂ ਬੈੱਡ ਫੋਲੇ ਆ, ਟਰੰਕ ਫੋਲੇ ਆ, ਪੇਟੀ ਫੋਲੀ ਆ ਤੇ ਅਲਮਾਰੀਆਂ ਫੋਲੀਆਂ। ਕੀ ਲੱਗੇ? ਪੈਨ ਡਰਾਈਵ ਲੈ ਗਏ ਆ ਬੇਟੀ ਦੇ ਜਨਮ ਦਿਨ ਦੀ ਤੇ 2 ਮੇਰੇ ਮੋਬਾਈਲ ਉਹ ਲੈ ਗਏ ਆ ਤੇ ਨਾਲ ਜੱਗੂ ਦੇ ਡਾਕੂਮੈਂਟ ਲੈ ਗਏ ਤੇ ਨਾਲ ਕਿਹੜੇ ਡਾਕੂਮੈਂਟ ਸੀ ਜੱਗੂ? ਉਹਦੇ ਸਾਰੇ ਉਹਨਾਂ ਕੋਈ ਨਾ ਕਾਪੀ ਜੀ ਤੇ ਲਿਖਿਆ ਸੀ ਵੀਰ ਨੇ ਕੁਝ ਤੇ ਉਹ ਲੈ ਗਏ ਆ ਤੇ ਕੋਈ ਮੋਬਾਈਲ ਨੰਬਰ ਹੀ ਛੋਟੀ ਜੀ ਡਾਇਰੀ ਤੇ ਉਹ ਲੈ ਗਏ ਆ ਤੇ ਬਾਕੀ ਮੇਰੇ ਕੋਲ ਇੱਕ ਉਹਦੀ ਆਧਾਰ ਵੋਟਰ ਕਾਰਡ ਦੀ ਫੋਟੋ ਕਾਪੀ ਲੈ ਗਏ ਆ ਤੇ ਇਹ ਚੀਜ਼ਾਂ ਮੇਰੇ ਮੋਬਾਈਲ ਕਿਹੜੇ? ਮੇਰੇ 2 ਮੋਬਾਈਲ 2 ਮੋਬਾਈਲ ਸੀ ਤੁਹਾਡੇ? ਮੇਰੇ 2 ਸੀ। ਕਿੰਨੀ ਦੇਰ ਹੋ ਗਈ ਤੁਹਾਨੂੰ ਜੱਗੂ ਨਾਲ ਮਿਲਿਆ? ਮੈਨੂੰ 3 ਮਹੀਨੇ 3.5 ਮਹੀਨੇ ਹੋ ਗਏ। ਕਿੱਥੇ ਮਿਲੇ? ਦਿੱਲੀ ਗਈ। ਜਿਹੜੀ ਗੱਲ ਕਹੀ ਜਾ ਰਹੀ ਹੈ ਮਾਤਾ ਜੀ ਕਿ ਜੱਗੂ ਦਾ ਹੱਥ ਵਾ ਸਿੱਧੂ ਮੂਸੇਵਾਲੇ ਨੂੰ ਮਾਰਨ 'ਚ, ਕਿੰਨੀ ਕਿ ਚ ਸੱਚਾਈ ਹੈ? ਵੇਖੋ ਜੀ ਜਦੋਂ ਜੱਗੂ ਦਾ ਫੋਨ ਮਾਂ ਨੂੰ ਨਹੀਂ ਚੱਲਦਾ ਹੁੰਦਾ ਨਹੀਂ, ਉੱਥੇ ਇੰਨੀ ਸਿਕਿਉਰਟੀ ਟੈਟ ਸੀ, 5 ਨੰਬਰ ਜੇਲ੍ਹ 'ਚ ਮੇਰਾ ਬੇਟਾ ਰਹਿੰਦਾ ਸੀ, ਉੱਥੇ ਕੋਈ ਮਤਲਬ ਨਹੀਂ। ਤੇ ਇਹ ਤੇ ਹੁਣ ਵੇਖੋ ਜੀ ਕੋਲੋਂ ਜੋ ਮਰਜ਼ੀ ਬਣਾਈ ਜਾਣ, ਉਹ ਤੇ ਹੁਣ ਵੇਖੋ ਸਿੱਧੂ ਕਿਹੜਾ ਸਾਡਾ ਦੁਸ਼ਮਣੀ ਤੇ ਜਾਂ ਅਸੀਂ ਉਹਦੇ ਦੁਸ਼ਮਣ ਆ, ਇਹ ਤੇ ਸਾਨੂੰ ਕੋਈ ਪਤਾ ਨਹੀਂ। ਸਿੱਧੂ ਦੇ ਉਹ ਤੇ ਹੁਣ ਕੇਸ ਪਾਈ ਜਾਣ ਡੇ, ਤੁਹਾਨੂੰ ਪਤਾ ਜਿੱਦਣ ਦਾ 2.5 ਮਹੀਨੇ ਹੋ ਗਏ ਕਿੱਥੇ ਕਿੱਥੇ ਸਾਰੇ ਪੰਜਾਬ 'ਚ ਤਾਂ ਉਹਨਾਂ ਨੂੰ ਲਈ ਫਿਰਨ ਡੇ ਬੱਚਿਆਂ ਨੂੰ। ਸਿੱਧੂ ਦੇ ਫਾਦਰ ਦਾ ਕਹਿਣਾ ਵਾ ਕਿ ਇਹਨਾਂ ਨੂੰ ਜਿਹੜੀਆਂ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨਜਾਇਜ਼ ਦਿੱਤੀਆਂ ਜਾ ਰਹੀਆਂ, ਇਹ ਗੈਂਗਸਟਰ ਨੇ, ਇਹਨਾਂ ਨੂੰ ਸਿਕਿਉਰਟੀਆਂ ਨਹੀਂ ਮਿਲਣੀਆਂ ਚਾਹੀਦੀਆਂ। ਉਹ ਨਹੀਂ ਵੇਖੋ ਸਰ ਜੀ ਉਹਦਾ ਬੱਚਾ, ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਵੀ ਦੁੱਖ ਹੈ ਤੇ ਸਾਨੂੰ ਵੀ ਦੁੱਖ ਆ। ਵੇਖੋ ਉਹ ਤੇ ਇਹ ਵੀ ਕਹਿੰਦੇ ਆ ਕਿ ਗੈਂਗਸਟਰ ਕਲਚਰ ਮੁਕਾ ਦੇਣਾ ਚਾਹੀਦਾ ਹੈ ਨਾ। ਉਹ ਵੀ ਤੇ ਕਿ ਉਹਨਾਂ ਦਾ ਵੀ ਪੁੱਤ ਮਾਂ ਦਾ, ਸਾਨੂੰ ਵੀ ਇਸ ਗੱਲ ਦੀ ਠੇਸ ਪਹੁੰਚਦੀ ਆ। ਸਿਕਿਉਰਟੀਆਂ ਆਪਾਂ ਹਾਈ ਕੋਰਟ ਰੀਟਾਂ ਪਾਈਆਂ, ਰੀਟਾਂ ਪਾ ਕੇ ਉਹਨਾਂ ਦੀਆਂ ਸਿਕਿਉਰਟੀਆਂ ਬੱਚਿਆਂ ਦੀਆਂ ਵਧਾਈਆਂ। ਵੇਖੋ ਆਪਾਂ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਵਧਾਈ ਸਕਦੇ ਆ ਨਾ। ਕੀ ਹੈ ਜੀ? ਪ੍ਰਵੀਨ ਹੈ ਜੀ। ਅੱਛਾ, ਹਾਂਜੀ। ਇਹ ਕਹਿੰਦੇ NIA ਦੀ ਟੀਮ ਆਈ ਹੈ, ਤੁਸੀਂ ਵੀ ਜਾ ਕੇ ਆਏ ਹੋ? ਹਾਂ ਮੈਂ ਅੰਦਰੋਂ ਆਇਆ। ਅੱਛਾ, ਹਾਂਜੀ। ਕੀ ਹੈ ਕਿ ਕਿੰਨੇ ਕੁ ਲੋਕ ਹੈ? ਲੋਕ ਤਾਂ ਕੋਈ 40-50 ਬੰਦੇ ਹੋਣੇ ਜੀ। ਅੱਛਾ, ਟੀਮ ਹੈ ਪੂਰੀ ਆਈ। ਪੁੱਛ ਰਹੇ ਜੀ। ਇਹ ਹੈ ਗਰਦੀ ਤਲਾਸ਼ੀ ਆ ਜਿਹੜੇ ਆਪਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਤੇ ਕਰਦਿਆਂ ਨੇ ਤਾਂ ਗੇਟ ਖੋਲ੍ਹਤੇ ਸਾਰੇ, ਚਾਬੀ ਦੇਤੀ ਉਹਨਾਂ ਨੂੰ ਤੇ ਉਹਨਾਂ ਦਾ ਸ਼ੌਕ ਕਰ ਰਹੇ ਆ ਜੀ। ਲਾਰੈਂਸ ਬਿਸ਼ਨੋਈ ਦੇ ਕਰ ਗਏ ਜੀ? ਹਾਂਜੀ ਹਾਂਜੀ ਹਾਂਜੀ, ਲਾਰੈਂਸ ਦੇ ਕਰੇ ਆ ਜੀ। ਅੱਛਾ, ਹਾਂਜੀ। ਤੇ ਕੀ ਕੌਣ ਮੌਜੂਦ ਹੈ ਜੀ ਘਰੇ ਅੰਦਰ? ਮੌਜੂਦ ਤਾਂ ਲਾਰੈਂਸ ਦੇ ਮੰਮੀ ਪਾਪਾ ਦੋਨੋਂ ਹੀ ਆ ਜੀ। ਅੱਛਾ, ਹਾਂਜੀ, ਹੋਰ ਕੋਈ ਨਹੀਂ ਹੈ? ਹੋਰ ਕੋਈ ਨਹੀਂ ਹੈ। ਉਹਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ? ਹਾਂਜੀ ਹਾਂਜੀ, ਉਹਨਾਂ ਨੇ ਘਰ ਖੋਲ੍ਹਤਾ ਸਾਰਾ, ਆਪ ਬੈਠ ਕੇ ਬਾਹਰ ਅੱਛਾ, ਤੇ ਉਹ ਟੀਮ ਜਿਹੜੀ ਹੈ ਘਰ ਦੀ ਜਾਂਚ ਜਾਂ ਕੋਈ ਖਾਤੇ ਵਗੈਰਾ ਜਿਹੜੇ ਜੋ ਵੀ ਹੈ ਆਪ ਦੇ ਹਿਸਾਬ ਨਾਲ ਕਰ ਰਹੀ ਹੈ। ਅੱਛਾ। ਹਾਂਜੀ। ਕੋਈ ਲੋਕ ਲੱਗਦਾ
ਲੋਕਲ ਪੁਲਿਸ ਨਹੀਂ ਕਰ ਰਹੀ ਜੀ, ਬਾਹਰ ਦੀ ਟੀਮ ਸਾਰੀ ਉਹ ਕਰ ਰਹੀ ਹੈ, ਤੇ ਲੋਕਲ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਬੈਠਾ ਇੱਕ ਪਾਸੇ ਹੋ ਕੇ ਬੈਠਾ। ਕਿੰਨੇ ਕੁ ਵਜੇ ਆ ਗਏ ਸੀਗੇ? ਇਹ ਆ ਗਏ ਸੀ ਸਵੇਰੇ ਜੀ 5:30 ਵਜੇ। ਬਿਲਕੁਲ। ਤੇ NIA ਦੀ ਜਿਹੜੀ ਰੇਡ ਹੈ ਉਹ ਸਵੇਰੇ 5:30 ਵਜੇ ਪੰਜਾਬ ਦੇ ਕਈ ਠਿਕਾਣੇ ਤੇ ਉਹ ਪਹੁੰਚੀ, ਉੱਥੇ ਰੇਡ ਕੀਤੀ ਗਈ ਤੇ ਲਗਭਗ ਜਿਵੇਂ ਤੁਸੀਂ ਬਿਆਨ ਵੀ ਸੁਣਿਆ ਹੈ ਜੁੱਗੂ ਭਗਵਾਨਪੁਰੀਆ ਦੀ ਮਾਤਾ ਦੇ ਬਿਆਨ ਸੀਗੇ ਤੇ ਲਾਰੈਂਸ ਬਿਸ਼ਨੋਈ ਦੇ ਘਰ ਜਿਹੜੇ ਉਹਦੇ ਰਿਸ਼ਤੇਦਾਰ ਹੈ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ। 40 ਤੋਂ 45 ਲੋਕ ਜਿਹੜੇ ਘਰ ਦੀ ਤਲਾਸ਼ੀ ਲੈ ਰਹੇ, ਅਸੀਂ ਸਾਰਾ ਕੁਝ ਉਹਨਾਂ ਨੂੰ ਜਿਹੜਾ ਹੈ ਚਾਬੀ ਫੜਾ ਦਿੱਤੀ ਕਿ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਤੇ ਜਿਹੜੀ ਵੀ ਚੀਜ਼ਾਂ ਪੁੱਛੀਆਂ ਜਾ ਰਹੀਆਂ ਨੇ ਉਹ ਦੱਸੀ ਵੀ ਜਾ ਰਹੀ। ਹਾਲਾਂਕਿ ਜੱਗੂ ਭਗਵਾਨਪੁਰੀਆ ਦੇ ਮਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਿਕਿਉਰਿਟੀ ਹੈ ਅਸੀਂ ਹਾਈ ਕੋਰਟ ਦੇ ਵਿੱਚ ਰਿਟਾਂ ਪਾ ਕੇ ਅਸੀਂ ਸਿਕਿਉਰਿਟੀਜ਼ ਲਿੱਤੀ ਹੈ ਤੇ 2.5 ਮਹੀਨੇ ਤੋਂ ਪੰਜਾਬ ਦੇ ਵਿੱਚ ਘੁੰਮ ਰਹੇ ਮੇਰੇ ਬੇਟੇ ਉੱਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਉੱਤੇ ਜਿਹੜਾ ਹੈ ਕੇਸਿਸ ਉੱਤੇ ਕੇਸਿਸ ਪਾ ਕੇ ਉਸਨੂੰ ਫਸਾਇਆ ਜਾ ਰਿਹਾ ਹੈ ਤਾਂ ਜੋ ਜਿਹੜਾ ਹੈ ਉਹ ਜੇਲ੍ਹ ਤੋਂ ਬਾਹਰ ਨਾ ਆਵੇ। ਤੇ ਉਹਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਆਪਣੇ ਬੇਟੇ ਜਾਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ। ਖਾਸ ਕਰ ਉਹਨਾਂ ਨੇ ਸੰਦਰਭ ਕੀਤਾ ਇਸ ਚੀਜ਼ ਨੂੰ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੈ ਉਹਨਾਂ ਦੇ ਬਿਆਨ ਉੱਤੇ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਗੈਂਗਸਟਰਸ ਦਾ ਮੁਕਾਬਲਾ ਕਰ ਦੇਣਾ ਚਾਹੀਦਾ ਹੈ ਤੇ ਉਸ ਉੱਤੇ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਠੇਸ ਪਹੁੰਚਦੀ ਹੈ ਜਦ ਕੋਈ ਅਜਿਹੀ ਗੱਲਾਂ ਕਰਦਾ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਬੇਟੇ ਦਾ ਦੁੱਖ ਕੀ ਹੈ ਕਿਉਂਕਿ ਸਾਡਾ ਆਪਣਾ ਵੀ ਬੇਟਾ ਹੈ। ਲੇਕਿਨ ਇਹਨਾਂ ਸਾਰੀ ਚੀਜ਼ਾਂ ਇਹਨਾਂ ਸਾਰੇ NIA ਦੀ ਰੇਡ ਦੇ ਆਖਿਰ ਕੀ ਮਾਇਨੇ, ਕਿਉਂਕਿ ਪੰਜਾਬ ਭਰ ਦੇ ਵਿੱਚ ਇਹ ਰੇਡ ਕੀਤੀ ਗਈ ਹੈ, ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਉਹਨਾਂ ਦੇ ਨਾਲ ਸੀਗੇ, ਲੇਕਿਨ ਜਿਸ ਤਰੀਕੇ ਦੇ ਨਾਲ ਕੁਝ ਚੀਜ਼ਾਂ ਉਹ ਆਪਣੇ ਨਾਲ ਲੈ ਕੇ ਗਏ ਨੇ ਇਹ ਕਿੰਨੇ ਕੀ ਮਾਇਨੇ ਰੱਖਦੇ ਨੇ, ਇਸ ਪੂਰੇ ਮਸਲੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਸਹਿਯੋਗੀ ਭਜਨ ਸਿੰਘ ਜੁੜ ਗਏ ਨੇ। ਭਜਨ ਜੀ, NIA ਦੇ ਰੇਡ ਕੀਤੀ ਗਈ ਇੱਕ ਅਹਿਮ ਇਸ ਰੇਡ ਨੂੰ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਮਾਇਨੇ ਕੀ ਕੁਝ ਅਸੀਂ ਪੰਜਾਬ ਦੇ ਵਿੱਚ ਲੈ ਕੇ ਚੱਲਦੇ ਹਾਂ, ਕਿਉਂਕਿ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਕਾਰਵਾਈਆਂ ਕੀਤੀ ਜਾ ਰਹੀਆਂ ਲੇਕਿਨ NIA ਦੀ ਰੇਡ ਦੇ ਕਿੰਨੇ ਕੀ ਮਾਇਨੇ ਤੁਹਾਨੂੰ ਨਜ਼ਰ ਆ ਰਹੇ ਨੇ? ਜੀ ਪੂਜਾ ਜੀ, ਅੱਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਕੱਲ 25 ਥਾਵਾਂ ਤੇ ਜਿਹੜੇ ਗੈਂਗਸਟਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ ਤਾਂ ਉਹਦਾ ਅਸੀਂ ਇਹ ਦੱਸ ਸਕਦੇ ਹਾਂ ਵੀ ਸਵੇਰੇ 5:30 ਵਜੇ ਜਿਹੜੀ ਸੀ ਉਹ NIA ਦੀ ਟੀਮ ਜਿਹੜੀ ਹੈ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਗਈ। ਵੈਸੇ ਤਾਂ ਰਾਤ ਨੂੰ ਹੀ ਉਹਨੇ ਇੱਥੇ ਆ ਕੇ ਸਟੇ ਕਰ ਲਿਆ ਸੀ ਤੇ 5:30 ਵਜੇ ਜਿਹੜੇ 2 ਥਾਵਾਂ ਤੇ ਜਿਹੜੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਰੇਡ ਹੋਈ ਹੈ। ਪਹਿਲਾਂ ਤਾਂ ਉਹਨਾਂ ਨੇ 5:30 ਵਜੇ ਜਿਹੜਾ ਇੱਕ ਅਨਿਲ ਕੁਮਾਰ ਨਾਂ ਦਾ ਵਿਅਕਤੀ ਹੈ ਜਿਸ ਦੇ ਘਰ ਰੇਡ ਹੋਈ ਹੈ 5:30 ਵਜੇ, ਤਾਂ ਦੱਸਿਆ ਜਾ ਰਿਹਾ ਕਿ ਉਸ ਦੇ ਕੋਲ ਕੋਈ 4 ਸਾਲ ਪਹਿਲਾਂ ਸਿਮ ਚੱਲਦਾ ਸੀ ਜੋ ਕਿ ਆਇਡੈਂਟੀ ਉਸਦੀ ਆ ਪਰ ਉਹ ਕਿਸੇ ਗੈਂਗਸਟਰ ਦੇ ਕੋਲ ਜਿਹੜਾ ਸਿਮ ਚੱਲ ਰਿਹਾ ਸੀ। ਤਾਂ ਅਨਿਲ ਕੁਮਾਰ ਨੂੰ ਜਿਹੜਾ ਇੱਥੇ 2 ਘੰਟੇ ਦੇ ਕਰੀਬ ਉਸਦੇ ਘਰ ਵਿੱਚ ਪੁੱਛ ਕੇ ਪੜਤਾਲ ਕੀਤੀ ਗਈ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਉਹ NIA ਦੀ ਟੀਮ ਜਿਹੜੀ ਆ ਉਹ ਜਿਹੜਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਜਿਹੜਾ ਸੀਗਾ ਮੈਂਬਰ ਸੀਗਾ ਗੋਲਡੀ ਬਰਾੜ, ਜਿਹੜੀ ਕਿ ਸਿੱਧੂ ਮੂਸੇਵਾਲੇ ਕਤਲकांड ਦੀ ਜਿਹੜੀ ਸੀਗੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਗੋਲਡੀ ਬਰਾੜ ਵੱਲੋਂ ਲਈ ਗਈ ਸੀ। ਉਸਦੇ ਘਰ ਜਿਹੜੀ ਆ ਰੇਡ ਹੋਈ ਹੈ। ਸਵੇਰ ਤੋਂ ਤਕਰੀਬਨ ਘੱਟੋ ਘੱਟ ਜਿਹੜੀ ਹੈਗੀ ਆ 4 ਘੰਟੇ ਉਸਦੇ ਘਰ ਜਿਹੜੀ ਆ ਰੇਡ ਚੱਲੀ ਆ ਗੋਲਡੀ ਬਰਾੜ ਦੇ ਘਰ। ਉਸਦੇ ਪਿਤਾ ਉਸ ਵੇਲੇ ਜਿਹੜੀ ਸੀ ਘਰ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਕੀਤੀ ਗਈ ਹੈ, ਪਰ ਬਾਅਦ ਵਿੱਚ ਜਿਹੜਾ ਕਾਫੀ ਵੇਟ ਕਰਨ ਤੋਂ ਪਤਾ ਲੱਗਿਆ ਜਦੋਂ NIA ਦੀ ਟੀਮ ਜਿਹੜੀ ਬਾਹਰ ਆਈ ਹੈ ਤਾਂ ਪਤਾ ਲੱਗਿਆ ਕਿ ਜਿਹੜਾ ਹੈਗਾ ਉੱਥੋਂ ਜਿਹੜੇ ਜ਼ਰੂਰੀ ਦਸਤਾਵੇਜ਼ ਸੀ ਜੋ ਗੋਲਡੀ ਬਰਾੜ ਦੇ ਨਾਲ ਸੰਬੰਧਿਤ ਸੀ, ਜੋ ਕਿਵੇਂ ਕੈਨੇਡਾ ਵਿੱਚ ਗਿਆ, ਤਾਂ ਹੋਰ ਜਿਹੜੀ ਇਹਨਾਂ ਦੀ ਪ੍ਰਾਪਰਟੀ ਵਗੈਰਾ ਦੇ ਕਾਗਜ਼ ਸੀ ਜਿਹੜੇ ਸੀ ਸਾਰੇ 4 ਘੰਟੇ ਇਹਨਾਂ ਦੀ ਟੀਮ ਨੇ ਰੇਡ ਮਾਰ ਕੇ ਸਭ ਕੁਝ ਦੇਖ ਕੇ ਉਹ ਆਪਣੇ ਨਾਲ ਜਿਹੜਾ ਹੈਗਾ ਉਹ ਜ਼ਰੂਰੀ ਦਸਤਾਵੇਜ਼ ਜਿਹੜੇ ਸੀਲ ਕਰਕੇ ਲੈ ਗਏ ਜੀ ਪੂਜਾ ਜੀ। ਤੇ ਦੂਜੇ ਪਾਸੇ ਇਹ ਵੀ ਦੇਖਦੇ ਹਾਂ ਕਿ 60 ਠਿਕਾਣਿਆਂ ਦੇ ਵਿੱਚ ਦੇਸ਼ ਭਰ ਦੇ ਵਿੱਚ ਜਿਹੜੀ ਇਹ ਰੇਡ ਹੋਈ ਹੈ ਲੇਕਿਨ 25 ਠਿਕਾਣੇ ਪੰਜਾਬ ਦੇ ਵਿੱਚ ਨੇ। ਕੀ ਦਿਖਾਉਂਦੇ ਕਿ ਪੰਜਾਬ ਦੇ ਵਿੱਚ ਜ਼ਿਆਦਾ ਗੈਂਗਸਟਰ ਕਲਚਰ ਵੱਧ ਰਿਹਾ? ਜੀ ਪੂਜਾ ਜੀ, ਜਦੋਂ ਲਾਰੈਂਸ ਬਿਸ਼ਨੋਈ ਜਿਹੜਾ ਮੁਕਤਸਰ ਜੇਲ੍ਹ ਦੇ ਵਿੱਚ ਸੀ ਤਾਂ ਉਸ ਵੇਲੇ ਜਿਹੜੇ ਸੀ ਬਹੁਤ ਸਾਰੇ ਨੌਜਵਾਨ ਜਿਹੜੇ ਸੀ ਉਸ ਦੀ ਚਪੇਟ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਗੈਂਗਸਟਰਾਂ ਵਾਲੇ ਪਾਸੇ ਜਿਹੜਾ ਰੁੱਖ ਕਰ ਲਿਆ। ਉਹਦੇ ਵਿੱਚੋਂ ਗੋਲਡੀ ਬਰਾੜ ਵੀ ਜਿਹੜਾ ਸੀ ਉਹਨਾਂ ਦਾ ਖਾਸ ਮੰਨਿਆ ਜਾਂਦਾ ਹੈ। ਜਿਹੜਾ ਇਹ ਜਿਹੜੀ ਸਾਰੀਆਂ ਸ਼ਾਖਾਂ ਜਿਹੜੀਆਂ ਇਹ ਹਰਿਆਣਾ ਅਤੇ ਪੰਜਾਬ ਦੇ ਇਰਦ ਗਿਰਦ ਹੀ ਘੁੰਮਦੀਆਂ ਰਹੀਆਂ, ਇੱਥੇ ਜ਼ਿਆਦਾ ਜਿਹੜੇ ਗੈਂਗਸਟਰਾਂ ਨੇ ਫਰੋਕੀਆਂ ਮੰਗੀਆਂ, ਇੱਥੇ ਜਿਹੜਾ ਹੈਗਾ ਜ਼ਿਆਦਾ ਜਿਹੜੇ ਗੈਂਗਵਾਰ ਦੇ ਵਿੱਚ ਕਤਲ ਤੇ ਇਹੀ ਮੰਨਿਆ ਜਾ ਰਿਹਾ ਵੀ ਇਸ ਦਾ ਕਾਰਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਗੈਂਗਸਟਰਵਾਦ ਜਿਹੜਾ ਪ੍ਰਫੁੱਲਤ ਹੋਇਆ ਜੀ ਪੂਜਾ ਜੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ, ਉਹ ਆਪਣਾ ਕੰਮ ਕਰ ਰਿਹਾ, ਲੇਕਿਨ ਹੁਣ ਕਿਤੇ ਨਾ ਕਿਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਜਿਵੇਂ ਕਿ NIA ਦੀ ਰੇਡ ਕੀਤੀ ਗਈ ਹੈ ਕਿ ਸੈਂਟਰ ਸਰਕਾਰ ਖਾਸ ਕਰ ਗ੍ਰਹਿ ਮੰਤਰਾਲੇ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਸਖਤ ਨਜ਼ਰ ਆ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਕਿਸੇ ਤਰੀਕੇ ਦਾ ਗੈਂਗਸਟਰ ਕਲਚਰ। ਤੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਲਿੰਕਸ ਹੈ ਉਹ ISI ਤੇ ਪਾਕਿਸਤਾਨੀ ਟੈਰਰ ਮੋਡਿਊਲ ਦੇ ਨਾਲ ਵੀ ਮਿਲਦੇ ਜੁਲਦੇ ਨਜ਼ਰ ਆ ਰਹੇ ਹੈ। ਪੂਜਾ ਜੀ, ਪੰਜਾਬ ਦੇ ਲੋਕ ਜਿਹੜੇ ਆ ਇਸ ਵਕਤ ਇਹ ਕਹਿ ਰਹੇ ਕਿ ਜਿਹੜਾ ਪੰਜਾਬ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਗੈਂਗਸਟਰਾਂ ਦੇ ਹੱਥ ਵਿੱਚ ਚੱਲ ਰਿਹਾ, ਤਾਂ ਗ੍ਰਹਿ ਮੰਤਰਾਲੇ ਨੇ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਜਿਹੜਾ ਖਤਮ ਕੀਤਾ ਜਾਵੇ। ਇਸ ਨੂੰ ਲੈ ਕੇ ਉਹਨਾਂ ਨੇ ਸਾਰੇ ਟਿਕਾਣੇ ਤੇ ਰੇਡ ਕੀਤੀ ਕਿ ਇਸ ਜਿਹੜਾ ਗੈਂਗਸਟਰ ਕਲਚਰ ਆ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਜੀ ਪੂਜਾ ਜੀ।
ਦੂਜੇ ਪਾਸੇ ਅਸੀਂ ਦੇਖਦੇ ਵੀ ਹੈ ਕਿ ਜਿਵੇਂ ਆਪ ਤੁਸੀਂ ਸੁਣਿਆ ਹੋਣਾ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ। ਹੁਣ ਜਿਹੜੇ ਗੈਂਗਸਟਰਸ ਹੈ ਦੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਬੇਦਖਲ ਕੀਤਾ ਜਾਂਦਾ ਹੈ, ਹਾਲਾਂਕਿ ਕਈਆਂ ਨੇ ਨਹੀਂ ਕੀਤਾ। ਜਿਵੇਂ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਹਿਣਾ ਹੈ ਕਿ ਮੇਰਾ ਇੱਕ ਹੀ ਪੁੱਤ ਹੈ ਤੇ ਮੈਂ ਉਹਦੇ ਵਾਸਤੇ ਰਿੱਟਾਂ ਪਾ ਕੇ ਸਿਕਿਉਰਿਟੀ ਲੈਂਦੀ ਹੈ। ਜਦ ਮਾਪਿਓ ਇੱਦਾਂ ਦੀ ਗੱਲ ਕਰਦੇ ਹੈ ਤੇ ਕੀ ਲੱਗਦਾ ਹੈ ਆਖਿਰ ਕੌਣ ਗੈਂਗਸਟਰਸ ਬਣਾਉਂਦਾ ਹੈ? ਪੂਜਾ ਜੀ, ਇਹ ਤਾਂ ਇੱਕ ਮਾਂ ਦਾ ਦਰਦ ਹੈ ਜੋ ਆਪਣੇ ਬੇਟੇ ਪ੍ਰਤੀ ਹੈ। ਪਰ ਗੈਂਗਸਟਰਵਾਦ ਜਿਹੜਾ ਪਿਛਲੀਆਂ ਸਰਕਾਰਾਂ ਤੋਂ ਜਿਹੜਾ ਇਹ ਸ਼ੁਰੂ ਹੋਇਆ ਸੀ, ਸ਼ੁਰੂ ਦੇ ਵਿੱਚ ਤਾਂ ਇਹ ਗੈਂਗਵਾਰ ਜਿਹੜੀ ਆਪਸ ਵਿੱਚ ਦੀ ਚੱਲਦੀ ਸੀ, ਫਿਰ ਫਰੌਤੀਆਂ ਦੇ ਪਹੁੰਚ ਗਈ। ਤਾਂ ਉਦੋਂ ਜਿਹੜੇ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਹੋਏ ਨੇ, ਤੰਗ ਹੋਏ ਨੇ। ਪਰ ਜਿਹੜਾ ਮਾਂ ਦਾ ਦਰਦ ਹੈ ਤਾਂ ਉਹ ਤਾਂ ਤੁਸੀਂ ਸਮਝ ਸਕਦੇ ਹੋ ਕਿ ਮਾਂ ਦਾ ਦਰਦ ਕੀ ਹੁੰਦਾ, ਇਸ ਲਈ ਜਿਹੜਾ ਉਹ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ। ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਏ, ਇੱਕ ਰਾਜਨੀਤਿਕ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ, ਜਿੱਥੇ ਇੱਕ ਪਾਸੇ ਕੁਲਦੀਪ ਧਾਲੀਵਾਲ ਜਿਹੜੇ ਮੰਤਰੀ ਨੇ ਕੈਬਨਿਟ ਮਿਨਿਸਟਰ, ਉਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਹੈ ਤੇ ਦੂਜੇ ਪਾਸੇ NIA ਕਾਰਵਾਈ। ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਰਾਜਨੀਤਿਕ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ। ਇਹ ਲੱਗ ਰਿਹਾ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਾਲੇ ਵੀ ਇੱਕ ਜਿਹੜੀ ਆ ਜੰਗ ਜਿਹੀ ਛਿੜ ਗਈ ਹੈ ਵੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਜਿਹੜਾ ਗਹਿਮ ਤਰਾਲਾ ਜਿਹੜਾ ਦਖਲ ਦੇਵੇ, ਤਾਂ ਅਸੀਂ ਇਹ ਪੰਜਾਬ ਵੱਲੋਂ ਹੀ ਕਾਰਵਾਈ ਕੀਤੀ। ਸਿਹਰਾ ਜਿਹੜਾ ਸਾਡੇ ਸਿਰ ਜਿਹੜਾ ਹੈਗਾ ਇਹ ਬਣੇ, ਇਸ ਕਰਕੇ ਜਿਹੜੀ ਪੰਜਾਬ ਸਰਕਾਰ ਇਸ ਦੀ ਜਿਹੜੀ ਬਿਆਨਬਾਜ਼ੀ ਕਰ ਰਹੀ ਹੈ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਦੋਨੋਂ ਸਰਕਾਰਾਂ ਜਿਹੜੀ ਕੰਮ ਜ਼ਰੂਰ ਕਰ ਰਹੀ ਹੈ, ਮੁੱਖ ਮਕਸਦ ਤਾਂ ਇਹ ਹੈ ਕਿ ਗੈਂਗਸਟਰ ਕਲਚਰ ਨੂੰ ਖਤਮ ਕਰਨਾ ਜਾਂ ਗੈਂਗਸਟਰਸ ਨੂੰ ਜਿਹੜਾ ਨਕੇਲ ਪਾਣੀ, ਉਹਨਾਂ ਨੂੰ ਇਸ ਚੀਜ਼ ਦਾ ਇਹ ਚੀਜ਼ ਦਿਖਾਣੀ ਕਿ ਕਿਸੇ ਵੀ ਤਰੀਕੇ ਦੇ ਨਾਲ ਅਪਰਾਧ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੇ ਕੀ ਪੰਜਾਬ ਸਰਕਾਰ ਕਾਮਯਾਬ ਹੋ ਰਹੀ ਹੈ ਉਸ ਚੀਜ਼ ਦੇ ਵਿੱਚ? ਪੰਜਾਬ ਸਰਕਾਰ ਵੀ ਲੱਗੀ ਹੋਈ, ਪਰ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਕੇਂਦਰ ਦੀ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਕਿ ਜਿਹੜੀਆਂ ਸਟੇਟਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਸੁਰੱਖਿਅਤ ਰੱਖੇ ਜਾਣ, ਔਰ ਕੇਂਦਰ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਕਿ ਜਿਹੜੀ ਸਟੇਟਾਂ ਦੀ ਜਿਹੜੀ ਸੁਰੱਖਿਅਤ ਵੀ ਜ਼ਰੂਰੀ ਹੈ। ਇਸ ਲਈ ਜਿਹੜਾ ਗਹਿਮ ਤਰਾਲੇ ਨੇ ਜਿਹੜੀਆਂ 25 ਥਾਵਾਂ ਜਿਹੜਾ ਉਹ ਆਦੇਸ਼ ਜਾਰੀ ਕੀਤੇ ਕਿ ਰੇਡ ਕੀਤੀ ਜਾਵੇ। ਪੰਜਾਬ ਸਰਕਾਰ ਵੀ ਜਿਹੜਾ ਆਪਣਾ ਜਿਹੜਾ ਹੈ ਉਹ ਪੂਰਾ ਜ਼ੋਰ ਲਾ ਰਹੀ ਹੈ ਕਿ ਗੈਂਗਸਟਰਵਾਦ ਨੂੰ ਜਿਹੜਾ ਖਤਮ ਕੀਤਾ ਜਾ ਸਕੇ। ਵਜਨਜੀਤ ਜੀ, ਜਦ ਕੱਲ NIA ਦੀ ਰੇਡ ਪਈ, ਤੁਸੀਂ ਵੀ ਉੱਥੇ ਸੀਗੇ, ਤੇ ਕਿੰਨੇ ਕੀ ਪੁਲਿਸ ਮੁਲਾਜ਼ਮ ਥੇ, ਕੀ ਮਾਹੌਲ ਸੀਗਾ ਉਸ ਵੇਲੇ? ਉਸ ਵੇਲੇ ਜਿਹੜਾ ਹੈਗਾ ਉਹ NIA ਦੀ ਟੀਮ ਵੱਲੋਂ ਜਿਹੜਾ ਘੱਟੋ ਘੱਟ ਜਿਹੜੀਆਂ ਸੀ 7 ਤੋਂ 8 ਗੱਡੀਆਂ ਦੇ ਵਿੱਚ ਜਿਹੜੇ ਸੀ ਕਾਫੀ ਮੁਲਾਜ਼ਮ ਸੀ, ਉਹ ਅਫਸਰ ਵੀ ਸਨ। ਜਿਹੜੇ ਘੱਟੋ ਘੱਟ 25 ਤੋਂ 30 ਅਫਸਰ ਸੀ, ਉਹਨਾਂ ਨੇ ਜਿਹੜਾ ਹੈ ਉਹ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ, ਕਿਸੇ ਨੂੰ ਵੀ ਉੱਥੇ ਜਿਹੜਾ ਹੈਗਾ ਆਉਣ ਜਾਣ ਨਹੀਂ ਦਿੱਤਾ ਗਿਆ। ਹਾਲਾਂਕਿ ਜਿਹੜਾ ਮੀਡੀਆ ਕਰਮੀਆਂ ਨੂੰ ਵੀ ਅੱਗੇ ਨਹੀਂ ਉਹਨਾਂ ਨੇ ਆਉਣ ਦਿੱਤਾ। ਜਦੋਂ ਕਿ ਜਿਹੜਾ ਇੱਕ ਮੀਡੀਆ ਕਰਮੀ ਨੇ ਜਿਹੜਾ ਹੈ ਉੱਥੇ ਕੋਈ ਵੀਡੀਓ ਬਣਾਈ ਤਾਂ ਉਹਨਾਂ ਨੇ ਉਹ ਜਿਹੜੀ ਮੌਕੇ ਤੇ ਹੀ ਡਿਲੀਟ ਕਰਵਾ ਦਿੱਤੀ ਕਿ ਕੋਈ ਵੀ ਜਿਹੜੀ ਇਹ ਕਾਰਵਾਈ ਦਾ ਪਤਾ ਨਾ ਲੱਗ ਸਕੇ। ਜੀ ਪੂਜਾ ਜੀ, ਤੁਸੀਂ ਗੋਲਡੀ ਬਰਾੜ ਦੀ ਗੱਲ ਕੀਤੀ। ਗੋਲਡੀ ਬਰਾੜ ਦੇ ਖਿਲਾਫ ਜਿਹੜਾ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ, ਤੇ ਮੁੱਖ ਸਾਜ਼ਿਸ਼ਕਰਤਾ ਕਿਹਾ ਜਾਂਦਾ ਹੈ ਕਿ ਉਹੀ ਹੈ, ਕਿਉਂਕਿ ਲਾਰੈਂਸ ਤਾਂ ਜੇਲ੍ਹ ਵਿੱਚ ਬੈਠਿਆ ਸੀ। ਭਲੇ ਪਲੈਨਿੰਗ ਉਹਨੇ ਕੀਤੀ, ਮਾਸਟਰਮਾਈਂਡ ਉਹ ਸੀਗਾ, ਲੇਕਿਨ ਜਿਹਨੇ ਐਗਜ਼ੀਕਿਊਟ ਕੀਤਾ, ਜਿਹਨੇ ਫੋਨ ਤੇ ਸਾਰੇ ਨਾਲ ਸੰਪਰਕ ਕੀਤਾ, ਉਹ ਗੋਲਡੀ ਬਰਾੜ ਸੀਗਾ। ਲੇਕਿਨ ਉਹਦੇ ਇਹ ਵੀ ਕਿਹਾ ਜਾ ਰਿਹਾ ਕਿ ਉਹਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਵਿਦੇਸ਼ ਦੇ ਵਿੱਚ ਕਿੱਥੇ, ਲੇਕਿਨ ਉਹਨਾਂ ਨੇ ਪਹਿਲਾਂ ਹੀ ਸਾਰਾ ਕੁਝ ਹੋਣ ਤੋਂ ਪਹਿਲਾਂ ਉਹਨਾਂ ਨੇ ਵਿਦੇਸ਼ ਤੋਂ ਜਿਹੜੀ ਵੀ ਜਾਣਕਾਰੀ ਉਹ ਨਹੀਂ ਦੱਸੀ ਹੈ। ਜੀ ਪੂਜਾ ਜੀ, ਗੋਲਡੀ ਬਰਾੜ ਦੇ ਜਿਹੜੇ ਪਿਤਾ ਸੀ ਸ਼ਮਸ਼ੇਰ ਸਿੰਘ, ਉਹ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਵਿੱਚ ASI ਸਨ। ਤਾਂ ਉਹ ਵੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਜਿਹੜਾ ਜੇਲ੍ਹ ਵਿੱਚ ਬੰਦ ਸਨ, ਕਿਉਂਕਿ ਫਰੀਦਕੋਟ ਦੇ ਵਿੱਚ ਇਹਨਾਂ ਨੇ ਇੱਕ ਫਰੌਤੀ ਮੰਗੀ ਸੀ। ਤੇ ਜਿਹੜਾ ਦੱਸਿਆ ਜਾ ਰਿਹਾ, ਸੂਤਰਾਂ ਤੋਂ ਪਤਾ ਲੱਗਦਾ ਕਿ ਜਿਹੜਾ ਹੈਗਾ ਵੀ ਉਹ ਉਸਦੇ ਪਿਤਾ ਜਿਹੜੇ ਫਰੌਤੀ ਦੇ ਪੈਸੇ ਲੈਣ ਗਏ ਸੀ। ਤਾਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵਿੱਚ ਹੀ ਉਹਦੀ ਜਿਹੜੀ ਜ਼ਮਾਨਤ ਹੋਈ ਹੈ। ਪਰ ਮਤਲਬ ਕਿ ਜਿਹੜਾ ਹੈਗਾ, ਜੇ ਹੁਣ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਾਡਾ ਜਿਹੜਾ ਡੇਟਾ ਉਹ ਇਸ ਦਲਦਲ ਦੇ ਵਿੱਚ ਧੱਸ ਰਿਹਾ। ਹਰੇਕ ਮਾਂ ਪਿਓ ਚਾਹੁੰਦਾ ਤਾਂ ਹੈ, ਪਰ ਇੰਝ ਲੱਗਦਾ ਕਿ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਤਾ ਸੀਗਾ, ਉਹਨੇ ਵੀ ਉਸਦਾ ਜਿਹੜਾ ਉਸ ਟਾਈਮ ਜਿਹੜਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਖਤਮ ਹੋਣ ਦੀ ਬਜਾਏ ਵੱਧ ਰਿਹਾ ਹੈ, ਕਿਉਂਕਿ ਜਿੰਨੇ ਵੀ ਨੌਜਵਾਨਾਂ ਦੇ ਘਰ ਕੱਲ ਰੇਡ ਪਈ ਹੈ, ਜਿਹਨਾਂ ਗੈਂਗਸਟਰਸ ਦੇ ਘਰਾਂ ਦੇ ਵਿੱਚ ਰੇਡ ਪਈ ਹੈ, ਸਾਰੇ ਤਕਰੀਬਨ 20 ਤੋਂ 30 ਸਾਲਾਂ ਦੇ ਵਿੱਚ ਹੈ। ਕੀ ਲੱਗ ਰਿਹਾ ਹੈ ਕਿ ਇਹਨਾਂ ਨੂੰ ਲੋਕੀ ਕਿਉਂ ਫੋਲੋ ਕਰਦੇ ਹੈ, ਖਾਸ ਕਰ ਨੌਜਵਾਨ ਕਿਉਂ ਫੋਲੋ ਕਰਦੇ ਇਹਨਾਂ ਨੂੰ? ਸਾਰਿਆਂ ਨੂੰ ਪਤਾ ਹੈ ਕਿ ਇਹ ਗਲਤ ਕੰਮ ਕਰਦੇ, ਅਪਰਾਧ ਕਰ ਰਹੇ ਹੈ, ਤੇ ਕਿਉਂ ਉਹਨਾਂ ਨੂੰ ਫਿਰ ਵੀ ਫੋਲੋ ਕੀਤਾ ਜਾਂਦਾ ਹੈ? ਪੰਜਾਬ ਦਾ ਜਿਹੜਾ ਨੌਜਵਾਨ ਪੂਜਾ ਜੀ ਦੇਖੀਏ ਤਾਂ ਸਭ ਤੋਂ ਵੱਡੀ ਮੁਸੀਬਤ ਹੈ ਬੇਰੁਜ਼ਗਾਰੀ। ਜਦੋਂ ਬੇਰੁਜ਼ਗਾਰੀ ਜਿਹੜੀ ਪੰਜਾਬ ਦੇ ਵਿੱਚ ਵੱਧ ਰਹੀ ਹੈ, ਲੋਕ ਜਿਹੜੇ ਨੌਜਵਾਨ ਅੱਜ ਦਾ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਉਹ ਡਿਪਰੈਸ਼ਨ ਚਲੇ ਜਾਂਦੇ। ਤਾਂ ਫਿਰ ਜਿਹੜਾ ਇਹੋ ਜਿਹੇ ਪਾਸੇ ਵੱਲ ਜਿਹੜਾ ਤੁਰ ਜਾਂਦੇ ਕਿ ਵੀ ਇਸ ਪਾਸੇ ਰਲ ਕੇ ਅਸੀਂ ਜਿਹੜਾ ਹੈਗਾ ਆਪਣੇ ਜੀਵਨ ਨੂੰ ਇਸ ਪਾਸੇ ਧੱਕ ਦਿੰਦੇ ਨੇ। ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ। ਪੰਜਾਬ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਜਿਹੜਾ ਨੌਜਵਾਨਾਂ ਨੂੰ ਬੇਰੁਜ਼ਗਾਰ ਨਾ ਰੱਖਿਆ ਜਾਵੇ, ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਤਾਂ ਕਿ ਇਸ ਪਾਸੇ ਵੱਲ ਜਿਹੜਾ ਹੈਗਾ ਉਹ ਨੌਜਵਾਨ ਨਾ ਜਾਣ। ਤੇ ਇਹ ਜਿਹੜੀ NIA ਦੀ ਰੇਡ ਹੈ ਭਜਨ ਜੀ, ਕਿੰਨੇ ਕੀ ਟਾਈਮ ਤੱਕ ਚੱਲੀ? ਮਤਲਬ ਕਿੰਨੇ ਘੰਟੇ ਉਹਨਾਂ ਨੇ ਉੱਥੇ ਤਲਾਸ਼ੀ ਲਿੱਤੀ, ਤੇ ਉਸ ਵੇਲੇ ਕੀ ਕੁਝ ਅਹਿਮ ਉੱਥੋਂ ਜਿਹੜੇ, ਜੇਕਰ ਖਾਸ ਕਰ ਗੱਲ ਕੀਤੀ ਜਾਏ ਮੁਕਤਸਰ ਸਾਹਿਬ ਦੀ, ਕੀ ਉਹਨਾਂ ਨੂੰ ਖਾਸ ਉੱਥੇ ਮਿਲਿਆ, ਤੇ ਕਿਹੜੇ ਚੀਜ਼ਾਂ ਉਹ ਲੈ ਕੇ ਗਏ ਨੇ ਆਪਣੇ ਨਾਲ?
ਪੂਜਾ ਜੀ, ਸਵੇਰੇ ਵੇਲੇ ਜਦੋਂ 5:30 ਵਜੇ ਰੇਡ ਹੋਈ ਆ ਤਾਂ ਸਾਡੇ ਮੁਕਤਸਰ ਸਾਹਿਬ ਦੇ ਇੱਕ ਬਾਗ ਵਾਲੀ ਗਲੀ ਆ, ਅਨਿਲ ਕੁਮਾਰ ਜਿਹੜਾ ਵਿਅਕਤੀ ਆ ਉਹਨੂੰ ਪੁੱਛਗਿੱਛ ਕੀਤੀ ਗਈ ਹੈ 2 ਘੰਟੇ, ਕਿਉਂਕਿ ਉਸਦੇ ਕੋਲ ਇੱਕ ਸਿਮ 4 ਸਾਲ ਪਹਿਲਾਂ ਚੱਲਦਾ ਜੋ ਉਸਨੇ ਬੰਦ ਕਰਵਾਤਾ ਸੀ, ਪਰ ਹੁਣ ਉਹ ਜਿਹੜਾ ਸਿਮ ਸੀ ਹਲੇ ਵੀ ਚੱਲ ਰਿਹਾ ਸੀ ਕਿਸੇ ਗੈਂਗਸਟਰ ਦੇ ਨਾਂ ਤੇ। ਤਾਂ 2 ਘੰਟੇ ਉਹਨਾਂ ਨੂੰ ਸਿਰਫ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਹੈਗਾ ਉਹ ਐਨਆਈ ਦੀ ਟੀਮ ਜਿਹੜੀ ਆ ਗੋਲਡੀ ਬਰਾੜ ਦੇ ਜਿਹੜੀ ਆ ਉਹ ਘਰ ਪਹੁੰਚੀ ਤਾਂ ਤਕਰੀਬਨ 10 ਵਜੇ। ਤਾਂ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਚੱਲੀ ਹੈਗੀ ਆ। ਕੁਝ ਜ਼ਰੂਰੀ ਉਹਨਾਂ ਨੇ ਜਿਹੜੇ ਕਿ ਕਹਿ ਲਓ ਪ੍ਰਾਪਰਟੀ ਨਾਲ ਸੰਬੰਧਿਤ ਜਾਂ ਗੋਲਡੀ ਬਰਾੜ ਬਾਹਰ ਕਿਵੇਂ ਗਿਆ, ਹੋਰ ਕੋਈ ਦਸਤਾਵੇਜ਼ ਸੀ ਜਿਹੜੇ ਉਹਨੇ ਆਪਣੇ ਨਾਲ ਜਿਹੜੇ ਸੀਲ ਕਰਕੇ ਲੈ ਕੇ ਘੱਟੋ ਘੱਟ 4-5 ਘੰਟੇ ਜਿਹੜੀ ਉੱਥੇ ਰੇਡ ਚੱਲੀ ਹੈ। ਬਿਲਕੁਲ ਤੁਸੀਂ ਜਾਣਕਾਰੀ ਦਿੱਤੀ ਕਿ ਐਨਆਈਏ ਵੱਲੋਂ ਕਿੰਨੇ ਸਮੇਂ ਵਿੱਚ ਰੇਡ ਕੀਤੀ ਗਈ, ਕੀ ਕੁਝ ਹੋਇਆ, ਕੀ ਕੁਝ ਲੈ ਕੇ ਗਏ। ਬਹੁਤ ਬਹੁਤ ਧੰਨਵਾਦ ਭਜਨ ਜੀ ਸਾਡੇ ਨਾਲ ਜੁੜਨ ਦੇ ਲਈ। ਤੇ ਐਨਆਈਏ ਵੱਲੋਂ ਜਿਹੜੇ ਦਸਤਾਵੇਜ਼ ਉਹਨਾਂ ਨੂੰ ਕਾਫੀ ਸਾਰੇ ਮਿਲੇ ਤੇ ਦਸਤਾਵੇਜ਼ ਲੈ ਕੇ ਵੀ ਗਏ ਨੇ, ਜਿਵੇਂ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਬਿਆਨ ਤੁਸੀਂ ਸੁਣੇ ਹੋਣੇ। ਉਹਨਾਂ ਨੇ ਕਿਹਾ ਕਿ ਫੋਟੋ ਲੈ ਕੇ ਗਏ ਨੇ, ਉਹਦੀ ਵੋਟਰ ਕਾਰਡ ਲੈ ਕੇ ਗਏ ਨੇ ਜੱਗੂ ਭਗਵਾਨਪੁਰੀਆ ਦਾ। ਇਸ ਤੋਂ ਇਲਾਵਾ ਕੁਝ 2 ਫੋਨ ਉਹਨਾਂ ਦੇ ਲੈ ਕੇ ਗਏ ਨੇ ਐਨਆਈਏ। ਯਾਨੀ ਕਿ ਪੂਰੀ ਟੀਮ ਜਿਹੜੀ ਹੈ ਦੇਖੇਗੀ ਕਿ ਆਖਿਰ ਜੇਲ੍ਹ ਵਿੱਚੋਂ ਜਿਹੜਾ ਕਿਹਾ ਵੀ ਜਾਂਦਾ ਕਿ ਜੇਲ੍ਹਾਂ ਵਿੱਚੋਂ ਫੋਨ ਕੀਤੇ ਜਾਂਦੇ ਨੇ ਤੇ ਉਸ ਵਿੱਚ ਕੀ ਕੁਝ ਗੱਲਾਂ ਬਾਤਾਂ ਹੁੰਦੀ ਹੈ, ਸਾਰੀ ਜਿਹੜੀ ਐਨਆਈਏ ਦੀ ਟੀਮ ਦੇਖੇਗੀ, ਹੁਣ ਜਾਂਚ ਕਰੇਗੀ, ਕਿਉਂਕਿ ਉਹਨਾਂ ਦੇ ਉੱਤੇ ਯੂਪੀਏ ਲੱਗੇ, ਯਾਨੀ ਕਿ ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲੱਗਦਾ ਹੈ ਜਦ, ਯਾਨੀ ਕਿ ਤੁਸੀਂ ਦੇਸ਼ ਦੇ ਖਿਲਾਫ ਜਾਂ ਫਿਰ ਅਜਿਹੀ ਸਾਜ਼ਿਸ਼ਾਂ ਵਿੱਚ ਸ਼ਾਮਿਲ ਹੋ ਜਿਹੜਾ ਕਿ ਲੋਕਾਂ ਨੂੰ ਤੋੜਨ ਦੇ ਲਈ ਕੰਮ ਕਰਦਾ ਜਾਂ ਫਿਰ ਦੇਸ਼ ਨੂੰ ਤੋੜਨ ਦੇ ਲਈ ਕੰਮ ਕਰਦਾ ਹੈ। ਤੇ ਖਾਸ ਕਰ ਜਿਹੜੇ ਪਾਕਿਸਤਾਨੀ ਲਿੰਕ ਇਸ ਦੇ ਨਾਲ ਜੋੜਿਆ ਜਾ ਰਿਹਾ ਹੈ। ਖਾਸ ਕਰ ਮੈਂ ਜੇਕਰ ਗੱਲ ਕਰਾਂ ਤਾਂ ਜਦ ਲੁਧਿਆਣਾ ਦੇ ਵਿੱਚ ਇੱਕ ਕੋਰਟ ਦੇ ਵਿੱਚ ਕੰਪਲੈਕਸ ਦੇ ਵਿੱਚ ਜਿਹੜਾ ਬੰਬ ਬਲਾਸਟ ਹੋਇਆ ਸੀ, ਉਸ ਤੋਂ ਬਾਅਦ ਇੱਕ ਬੰਬ ਬਲਾਸਟ ਹੋਇਆ ਸੀ ਆਰਪੀਜੀ ਲਾਂਚ ਜਿਹੜਾ ਇੱਕ ਮੋਹਾਲੀ ਦੇ ਵਿੱਚ ਹੋਇਆ ਸੀ। ਇਹਨਾਂ ਦੋਨਾਂ ਚੀਜ਼ਾਂ ਨੂੰ ਰਿਲੇਟ ਕਰਕੇ ਜਿਹੜਾ ਇਹ ਦੇਖਿਆ ਜਾ ਰਿਹਾ ਹੈ ਕਿ ਗੈਂਗਸਟਰਸ ਦਾ ਵੀ ਹੁਣ ਹੱਥ ਹੈ। ਇੱਕ ਪਾਸੇ ਉਹਨਾਂ ਨੂੰ ਜਿਹੜੀ ਸ਼ੈ ਹੈ ਉਹ ਅਤਵਾਦੀਆਂ ਦੀ ਜ਼ਰੂਰ ਮਿਲ ਰਹੀ ਹੈ ਤੇ ਇਸੇ ਨਕੇਲ ਕੱਸਣ ਦੇ ਲਈ ਜਿਹੜੇ ਕੇਂਦਰ ਸਰਕਾਰ ਵੱਲੋਂ ਵੀ ਐਨਆਈਏ ਵੱਲੋਂ ਜਾਂਚ ਕਰੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੀ। ਤੇ ਐਨਆਈਏ ਹੁਣ ਦੇਖੇਗੀ ਕਿ ਕਿਹੜੇ ਡਾਕੂਮੈਂਟਸ ਨੇ ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਕੌਣ-ਕੌਣ ਸ਼ਾਮਿਲ ਨੇ। ਉਹਨਾਂ ਦੇ ਘਰ ਦਾ ਜਿਹੜਾ ਹੈ ਪੂਰੇ ਜਿਹੜੇ ਦਸਤਾਵੇਜ਼ ਉਹਨਾਂ ਦੇ ਰਹਿ ਗਏ ਹੈ ਉਹ ਦਸਤਾਵੇਜ਼ ਵੀ ਲੈ ਲਿੱਤੇ ਗਏ ਨੇ ਤਾਂ ਜੋ ਜਿਹੜਾ ਹੈ ਅਗਲੀ ਕਾਰਵਾਈ ਉਹ ਆਸਾਨੀ ਨਾਲ ਕਰ ਸਕਣ। ਤੇ ਫਿਲਹਾਲ ਐਨਆਈਏ ਵੱਲੋਂ ਜਿਹੜੀ ਹੈ ਰੇਡ ਉੱਥੇ ਕੀਤੀ ਗਈ, ਲੇਕਿਨ ਇਸ ਚੀਜ਼ ਨੂੰ ਰਾਜਨੀਤਿਕ ਫਾਇਦਾ ਵੀ ਇਸ ਚੀਜ਼ ਦਾ ਚੁੱਕਿਆ ਜਾ ਰਿਹਾ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਰ-ਬਾਰ ਕਿਹਾ ਸੀ ਕਿ ਅਸੀਂ ਗੈਂਗਸਟਰ ਕਲਚਰ ਨੂੰ ਬਰਦਾਸ਼ਤ ਨਹੀਂ ਕਰਾਂਗੇ, ਜਿਸ ਨੂੰ ਲੈ ਕੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਬਣਾਈ ਗਈ ਸੀ। ਲੇਕਿਨ ਦੂਜੇ ਪਾਸੇ ਗੱਲ ਕੀਤੀ ਜਾਏ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹਮੇਸ਼ਾ ਹੀ ਕੋਈ ਨਾ ਕੋਈ, ਚਾਹੇ ਉਹ ਦਿੱਲੀ ਪੁਲਿਸ ਹੋਵੇ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੋਵੇ, ਉਹਨਾਂ ਦੇ ਕੋਲੈਬੋਰੇਸ਼ਨ ਦੇ ਨਾਲ ਹੀ ਕਿਸੇ ਨਾ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ। ਲੇਕਿਨ ਰਾਜਨੀਤਿਕ ਲਾਹਾ ਜ਼ਰੂਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਜਿਹੜਾ ਐਨਆਈਏ ਦੀ ਰੇਡ ਹੈ ਇਸ ਦੇ ਉੱਤੇ ਵੀ ਜਿਹੜਾ ਕ੍ਰੈਡਿਟ ਵਾਰ ਹੁਣ ਚੱਲ ਰਹੀ ਹੈ ਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਜਪਾ ਦੀ ਸਰਕਾਰ ਦੇ ਵਿਚਾਲੇ ਕਿ ਐਕਸ਼ਨ ਜਿਹੜਾ ਹੈ ਕੇਂਦਰ ਨੇ ਲਿੱਤਾ ਹੈ, ਨਾ ਕਿ ਪੰਜਾਬ ਸਰਕਾਰ ਨੇ ਲਿੱਤਾ ਹੈ। ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਚੱਲ ਰਹੀਆਂ ਤੇ ਐਨਆਈ ਦੀ ਰੇਡ ਉੱਤੇ ਹੁਣ ਰਾਜਨੀਤਿਕ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਪਰ ਦੂਜੇ ਪਾਸੇ ਇੱਕ ਪਾਸੇ ਜਿੱਥੇ ਦੱਸਿਆ ਕਿ ਯੂਏਪੀਏ ਲੱਗੀ ਹੈ ਤੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਫਿਲਹਾਲ ਉਹਦੀ ਕੋਈ ਜਾਣਕਾਰੀ ਨਹੀਂ ਹੈ, ਵਿਦੇਸ਼ ਦੇ ਵਿੱਚ ਬੈਠਾ ਹੈ, ਕੈਨੇਡਾ ਦੇ ਵਿੱਚ ਬੈਠਾ ਹੈ ਤੇ ਰੈੱਡ ਕਾਰਨਰ ਨੋਟਿਸ ਜ਼ਰੂਰ ਇਸ਼ੂ ਹੋਇਆ ਹੈ। ਲੇਕਿਨ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸਾਰੇ ਜਿਹੜੇ ਹੈ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ, ਸਿਰਫ ਗੋਲਡੀ ਬਰਾੜ ਰਹਿ ਗਿਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਹੈ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਤਦ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਅਸਲੀ ਮਾਸਟਰਮਾਈਂਡ ਹੀ ਲਾਰੈਂਸ ਬਿਸ਼ਨੋਈ ਹੈ। ਲੇਕਿਨ ਐਨਆਈਏ ਦੀ ਜਾਂਚ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਕਿ ਲਿੰਕਸ ਉਹਨਾਂ ਨੂੰ ਮਿਲਦੇ, ਇਸ ਦੀ ਕੋਈ ਜਾਣਕਾਰੀ ਨਹੀਂ ਦਿੰਦੇ ਕਿਉਂਕਿ ਇਨਵੈਸਟੀਗੇਸ਼ਨ ਸਾਰੀ ਚੀਜ਼ਾਂ ਹੁੰਦੀ ਹੈ। ਲੇਕਿਨ ਇਹ ਜਿਹੜੀ ਰੇਡ ਹੈ ਇਸ ਦੇ ਮਾਇਨੇ ਬਹੁਤ ਜ਼ਿਆਦਾ ਨੇ, ਇਸ ਦੇ ਮਾਇਨੇ ਦੇਖੇ ਵੀ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਕਿਉਂਕਿ ਬਾਰਡਰ ਸਟੇਟ ਹੈ ਤੇ ਇੱਥੇ ਸਿਕਿਉਰਿਟੀ ਦਾ ਹਮੇਸ਼ਾ ਹੀ ਖਤਰਾ ਬਣਾ ਰਹਿੰਦਾ ਹੈ ਤੇ ਦੂਜੇ ਪਾਸੇ ਜੇਕਰ ਇਸ ਰੇਡ ਦੇ ਵਿੱਚ ਕੁਝ ਉਹਨਾਂ ਨੂੰ ਮਿਲਦਾ ਹੈ ਤੇ ਕਿਤੇ ਨਾ ਕਿਤੇ ਕੋਈ ਵੱਡਾ ਅਪਰਾਧ ਜਾਂ ਵੱਡਾ ਕ੍ਰਾਈਮ ਜਿਹੜਾ ਹੋਣ ਤੋਂ ਉਹ ਬਚ ਸਕਦਾ ਹੈ। ਤੇ ਇਹੀ ਸਾਰੀ ਚੀਜ਼ਾਂ ਨੇ ਸਿਕਿਉਰਿਟੀ ਨੂੰ ਲੈ ਕੇ ਅਸੀਂ ਹਮੇਸ਼ਾ ਗੱਲਬਾਤ ਵੀ ਕਰਦੇ ਹਾਂ ਤੇ ਬਾਰ-ਬਾਰ ਪੰਜਾਬ ਸਰਕਾਰ ਕਹਿੰਦੀ ਵੀ ਹੈ ਕਿ ਸਿਕਿਉਰਿਟੀ ਨੂੰ ਲੈ ਕੇ ਅਸੀਂ ਸਖਤ ਹੈ। ਤੇ ਕੱਲ ਦੇ ਜੇਕਰ ਗੱਲ ਕੀਤੀ ਜਾਏ ਤੇ ਲਾਰੈਂਸ ਬਿਸ਼ਨੋਈ ਵੱਲੋਂ ਵੀ ਜਿਹੜਾ ਹੈ ਉਹਦੇ ਘਰ ਵੀ ਜਿਹੜੀ ਹੈ ਪੁੱਛਗਿੱਛ ਕੀਤੀ ਗਈ। ਹਾਲਾਂਕਿ ਜੱਗੂ ਭਗਵਾਨਪੁਰੀਆ ਨੂੰ ਕੱਲ ਜਲੰਧਰ ਕੋਰਟ ਤੋਂ 9 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਨੂੰ ਵੀ ਜਿਹੜਾ ਰਿਮਾਂਡ ਮਿਲਿਆ ਉਹ ਵੀ ਜਿਹੜਾ ਹੈ ਬਠਿੰਡਾ ਦੀ ਜਿਹੜੀ ਪੁਲਿਸ ਹੈ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਮਿਲਿਆ। ਤੇ ਪਿਛਲੇ 2.5 ਮਹੀਨੇ ਤੋਂ ਤਕਰੀਬਨ, ਜਿਵੇਂ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਵੀ ਕਹਿ ਰਹੀ ਸੀ ਕਿ ਉਹ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਪੇਸ਼ੀਆਂ ਚੱਲ ਰਹੀਆਂ, ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਰਵਾਈਆਂ ਜਿਹੜੀ ਹੈ ਉਹ ਜ਼ਰੂਰ ਜਾਰੀ ਹੈ, ਚਾਹੇ ਉਹ ਐਂਟੀ ਗੈਂਗਸਟਰ ਟਾਸਕ ਫੋਰਸ ਕਰੇ ਜਾਂ ਫਿਰ ਨੈਸ਼ਨਲ ਇਨਵੈਸਟੀਗੇਸ਼ਨ
ਇਨਵੈਸਟੀਗੇਸ਼ਨ ਏਜੰਸੀ करे ਜਿਹੜੀ ਹੈ ਇਹ ਕਾਰਵਾਈਆਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਸਾਰਿਆਂ ਦੇ ਵੱਲੋਂ, ਯਾਨੀ ਕਿ ਹਰ ਇੱਕ ਇੰਟੈਲੀਜੈਂਸ ਨੂੰ ਕਹੀਏ ਉਹ ਆਪਣਾ ਕੰਮ ਕਰ ਰਹੀ, ਜਿਹੜੇ ਏਜੰਸੀਜ਼ ਹੈ ਉਹ ਆਪਣਾ ਜ਼ਰੂਰ ਕੰਮ ਕਰ ਰਹੀਆਂ। ਲੇਕਿਨ ਸਵਾਲ ਇਹੀ ਬਣਦਾ ਹੈ ਕਿ ਜਿਹੜੇ ਗੈਂਗਸਟਰਸ ਨੇ ਕੀ ਉਹਨਾਂ ਨੂੰ ਇਸ ਚੀਜ਼ ਦਾ ਡਰ ਹੈ, ਕੀ ਉਹਨਾਂ ਨੂੰ ਇਸ ਚੀਜ਼ ਤੋਂ ਖੌਫ ਨਜ਼ਰ ਆਉਂਦਾ ਹੈ? ਕਿਉਂਕਿ ਕਹਿੰਦੇ ਨੇ ਕਿ ਚਾਹੇ ਤੁਸੀਂ ਆਪਣੇ ਲਈ ਡਰੋ ਨਾ ਡਰੋ, ਤੁਸੀਂ ਆਪਣੇ ਪਰਿਵਾਰ ਦੇ ਲਈ ਜ਼ਰੂਰ ਡਰਦੇ ਹੋ। ਤੇ ਭਲੇ ਹੀ ਉਹ ਗਲਤ ਰਾਸਤੇ, ਉਹ ਪੁੱਠੇ ਪਾਸੇ ਜ਼ਰੂਰ ਚਲੇ ਗਏ ਨੇ ਜਿਹੜੇ ਗੈਂਗਸਟਰਸ ਨੇ, ਲੇਕਿਨ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਉਹਨਾਂ ਜਿਹੜੇ ਮਾਪੇ ਨੇ ਉਹ ਇੱਥੇ ਹੀ ਹੈ, ਉਹ ਇੱਥੇ ਆਪਣੇ ਘਰਾਂ ਦੇ ਵਿੱਚ ਰਹਿੰਦੇ। ਹੁਣ ਉਹਨਾਂ ਤੋਂ ਪੁੱਛਗਿੱਛ ਕਰਨੀ, ਉਹਨਾਂ ਤੋਂ ਚੀਜ਼ਾਂ ਕਢਵਾਉਣੀ ਜਾਂ ਉਹਨਾਂ ਦੇ ਜਿਹੜੇ ਡਾਕੂਮੈਂਟਸ ਲੈ ਜਾਣੇ, ਕਿਤੇ ਨਾ ਕਿਤੇ ਇਸ ਚੀਜ਼ ਦੇ ਜਿਹੜੇ ਹੈ ਮਾਇਨੇ ਵੀ ਨਜ਼ਰ ਆਉਂਦੇ, ਕਿਉਂਕਿ ਆਪਣੇ ਘਰਾਂ ਨੂੰ ਜਿਹੜਾ ਸੰਪਰਕ ਜ਼ਰੂਰ ਕਰਦੇ ਹੈ ਜਿਹੜੇ ਗੈਂਗਸਟਰ ਨੇ, ਕਿਉਂਕਿ ਉਹਨਾਂ ਨੂੰ ਫੋਨ ਕਾਲਸ ਵੀ ਕਰਨੇ ਹੁੰਦੇ, ਜਿਹੜੇ ਜੇਲ੍ਹ ਵਿੱਚੋਂ ਫੋਨ ਹੁੰਦੇ, ਹਰ ਜਿਹੜਾ ਕੈਦੀ ਆ ਹਵਾਲਤੀ ਹੈ ਜਾਂ ਉਸਦਾ ਹੱਕ ਹੈ ਤੇ ਉਹ ਕਰਦੇ ਵੀ ਹੈ। ਤੇ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਇਸ ਰੇਡ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਲੇਕਿਨ ਫਿਲਹਾਲ NIA ਦੀ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ। ਇਸ ਰੇਡ ਦੇ ਵਿੱਚ 60 ਠਿਕਾਣਿਆਂ ਵਿੱਚ ਦੇਸ਼ ਭਰ ਦੇ ਵਿੱਚ ਰੇਡ ਕੀਤੀ ਗਈ। ਕਈ ਨਾਮੀ ਗੈਂਗਸਟਰਸ ਦੇ ਨਾਮ ਇਸ ਵਿੱਚ ਸ਼ਾਮਿਲ ਸੀਗੇ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ ਤੇ ਹੋਰ ਵੀ ਕਈ ਗੈਂਗਸਟਰਸ ਨੇ ਜਿਨ੍ਹਾਂ ਦੇ ਨਾਂ ਨੇ ਤੇ ਜਿਨ੍ਹਾਂ ਦੇ ਚੀਜ਼ਾਂ ਜਿਹੜੀਆਂ ਸਾਹਮਣੇ ਵੀ ਆਉਂਦੀਆਂ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਏ। ਦਵਿੰਦਰ ਬੰਬੀਹਾ ਗਰੁੱਪ ਦੀ ਗੱਲ ਕਰ ਲਈਏ, ਉਹਨਾਂ ਦੇ ਗਰੁੱਪ ਦੇ ਵੀ ਕਈ ਮੈਂਬਰਸ ਉੱਤੇ ਛਾਪੇਮਾਰੀ ਕੀਤੀ ਗਈ। ਲੇਕਿਨ 60 ਠਿਕਾਣਿਆਂ ਵਿੱਚੋਂ 25 ਪੰਜਾਬ ਦੇ ਨੇ। ਇੱਕ ਵੱਡਾ ਸਵਾਲ ਪੈਦਾ ਕਰ ਰਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਆਖਿਰ ਕਿੱਥੇ ਜਾ ਰਹੀ ਹੈ? ਕਿ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਿਉਂ ਹੋ ਰਹੇ ਨੇ? ਕਿਉਂ ਬੱਚੇ ਜਿਹੜੇ ਆਕਰਸ਼ਿਤ ਹੋ ਰਹੇ ਹੈ ਇਸ ਪਾਸੇ? ਕਿਉਂ ਨੌਜਵਾਨ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ? ਸੋਸ਼ਲ ਮੀਡੀਆ ਦੇ ਟ੍ਰੈਂਡ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਹੈ ਇਹਨਾਂ ਗੈਂਗਸਟਰਸ ਦੇ ਫੋਲੋਅਰਸ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਹੁੰਦੇ ਨੇ ਤੇ ਹਰ ਦਿਨ ਇੱਕ ਨਵਾਂ ਪੇਜ ਬਣਦਾ ਹੈ। ਲੇਕਿਨ ਕੌਣ ਇਸ ਨੂੰ ਆਪਰੇਟ ਕਰਦਾ ਹੈ, ਕੌਣ ਇਸ ਨੂੰ ਕਿਸ ਤਰੀਕੇ ਦੇ ਨਾਲ ਚਲਾ ਰਿਹਾ, ਇਹ ਸਾਈਬਰ ਸੈੱਲ ਵਾਲਿਆਂ ਦਾ ਕੰਮ ਹੈ। ਉਹ ਕਿੰਨੀ ਕੀ ਨਕੇਲ ਕੱਸਦੇ ਨੇ। ਖੈਰ ਇਹ ਤਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਜ਼ਰੂਰ ਬਣਦਾ ਹੈ ਕਿਉਂਕਿ ਉਹਨਾਂ ਦਾ ਕੰਮ ਹੈ ਕਰਨਾ। ਲੇਕਿਨ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਗੈਂਗਸਟਰ ਕਲਚਰ ਉੱਤੇ ਨਕੇਲ ਕੱਸਣ ਦੀ ਲੋੜ ਹੈ, ਚਾਹੇ ਫਿਰ ਉਹ ਕੇਂਦਰ ਸਰਕਾਰ ਕਰੇ ਜਾਂ ਫਿਰ ਸੂਬਾ ਸਰਕਾਰ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਉਹ NIA ਦੀ ਰੇਡ ਸੀਗੀ ਤੇ ਬੇहद ਅਹਿਮ ਰੇਡ ਕੀਤੀ ਗਈ। ਲੇਕਿਨ ਇਸ ਦੇ ਹੁਣ ਰਾਜਨੀਤਿਕ ਮਾਇਨੇ ਵੀ ਜਿਹੜੇ ਹੈ ਉਹ ਨਜ਼ਰ ਆ ਰਹੇ ਨੇ। ਤੇ ਅੱਜ ਦੀ ਜਿਹੜਾ ਮੁੱਦਾ ਇਹੀ ਸੀਗਾ ਤੇ ਕੱਲ ਫਿਰ ਇੱਕ ਵਾਰ ਮੁਲਾਕਾਤ ਕਰਾਂਗੇ ਇੱਕ ਨਵੇਂ ਮੁੱਦੇ ਦੇ ਨਾਲ, ਤੁਹਾਡੇ ਸਾਹਮਣੇ ਰੂਬਰੂ ਹੋਣਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।